ਬਈ ਕੋਵਿਡ ਦੇ ਵਿੱਚ ਸੇਵਾ ਕਰਨੀ ਇੱਕ ਅੱਛੀ ਗੱਲ ਹੈਗੀ, ਬਟ ਗੁਰਦੁਆਰਾ ਰਕਾਬਗੰਜ ਜਿਹੜੀ ਹੈਗੀ ਇਹ ਕੋਈ ਕੋਵਿਡ ਸੈਂਟਰ ਬਣਾਉਣ ਦੀ ਜਗ੍ਹਾ ਨਹੀਂ ਹੈਗੀ। ਇਹ ਇੱਕ ਭਗਤੀ ਦਾ ਸੋਭਾ ਹੈਗਾ, ਸਿੱਖਾਂ ਦੇ ਪਾਠ ਕਰਨ ਦੀ ਜਗ੍ਹਾ ਹੈ, ਸਿੱਖਾਂ ਦੇ ਅਰਦਾਸ ਕਰਨ ਦੀ ਜਗ੍ਹਾ ਹੈ। ਦੁਨੀਆ ਭਰ ਤੋਂ ਸਿੱਖ ਆ ਕੇ ਆਪਣੀਆਂ ਅਰਦਾਸਾਂ ਕਰਦਾ, ਆਪਣੀਆਂ ਮੰਗਾਂ ਮੰਗਦਾ ਹੈ। ਜੇ ਅੱਗੇ ਹੀ ਭਰਮਾਰ ਉੱਥੇ ਕੋਵਿਡਾਂ ਦੀ ਕਰ ਦਿੱਤੀ ਜਾਏ ਤਾਂ ਕਿਹੜਾ ਸਿੱਖ ਜਾਏਗਾ ਮੰਗਣ? ਜਿੱਥੋਂ ਮੰਗਣਾ ਹੈ ਉੱਥੇ ਹੀ ਬਿਮਾਰਾਂ ਦੀ ਭਰਤੀ ਇਹਨਾਂ ਨੇ ਜ਼ਰੂਰੀ ਭਰਤੀ ਕਰਨੀ ਹੈ। ਕਈ ਸਕੂਲਾਂ ਦੇ ਮੈਦਾਨ ਖਾਲੀ, ਕਈ ਹਾਲ ਖਾਲੀ। ਮੈਂ ਜਿਸ ਨੇ ਵੀ ਇਹ ਸਲਾਹ ਦਿੱਤੀ ਹੈਗੀ ਮੈਂ ਉਹਦੀ ਸਖਤ ਨਿੰਦਾ ਕਰਦਾ, ਪਰ ਸਿੱਖ ਕੌਮ ਦਾ ਨੁਕਸਾਨ ਤੇ ਨਹੀਂ ਕਰ ਰਹੇ। ਅੱਜ ਹੋ ਗਿਆ ਨਾ ਨੁਕਸਾਨ, ਅੰਦਰ ਨੱਚਣ ਲੱਗ ਪਏ ਨਾ। ਹਾਲੇ ਖਾਲੀ ਨੱਚਣਾ ਨਹੀਂ ਹੈਗਾ, ਸਾਡੇ ਕੋਲ ਰਿਪੋਰਟਾਂ ਹੈਗੀਆਂ ਜਿਹੜੇ ਗੈਰ ਸਿੱਖ ਉੱਥੇ ਬੈਠੇ ਹੋਏ ਨੇ, ਆਪਣਾ ਮਰੀਜ਼, ਉਹਨਾਂ ਦੀਆਂ ਸ਼ੇਵਿੰਗ ਹੁੰਦੀਆਂ ਨੇ, ਉਸਤਰੇ ਵਰਤੇ ਜਾਂਦੇ ਨੇ। ਕਿ ਸਾਡੇ ਵਿੱਚ ਇਹ ਚੀਜ਼ ਅਲਾਊਡ ਹੈਗੀ? ਜੇ ਇਹਨਾਂ ਨੇ ਅਗਲੇ 48 ਘੰਟੇ ਦੇ ਵਿੱਚ ਇਹ ਕੋਵਿਡ ਸੈਂਟਰ ਨਾ ਸਮੇਟਿਆ ਤਾਂ ਅਸੀਂ ਕੋਈ ਵੀ ਡੇਟ ਜਿਹੜੀ ਹੈ, ਭਾਵੇਂ ਐਤਵਾਰ ਦੀ ਹੈ ਅਤੇ ਭਾਵੇਂ ਸੋਮਵਾਰ ਦੀ ਹੈ, ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਸਾਹਮਣੇ ਇੱਕ ਵਿਸ਼ਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ, ਦਿੱਲੀ ਦੇ ਸਿੱਖਾਂ ਵੱਲੋਂ ਇੱਕ ਮੁਜ਼ਾਹਰਾ ਕੀਤਾ ਜਾਏਗਾ। ਜੇ ਇਹਨਾਂ ਨੇ ਜਿਵੇਂ ਹਰਵਿੰਦਰ ਸਿੰਘ ਨੇ ਕਿਹਾ ਕਿ ਅਗਲੇ 72 ਘੰਟੇ 48 ਘੰਟਿਆਂ ਦੇ ਵਿੱਚ ਇਹ ਕਾਵੜ ਸੈਂਟਰ ਬੰਦ ਨਹੀਂ ਕੀਤਾ, ਮੁਜ਼ਾਹਰਾ ਤੇ ਕਰਾਂਗੇ, ਪਰ ਉਸ ਮੁਜ਼ਾਹਰੇ ਤੋਂ ਬਾਅਦ ਅਸੀਂ ਇਹ ਕਾਵੜ ਸੈਂਟਰ ਚੱਲਣ ਨਹੀਂ ਦਿਆਂਗੇ। ਸਾਡਾ ਫਿਰ ਮੁਜ਼ਾਹਰਾ ਹੋਏਗਾ, ਅਸੀਂ ਕਿਸੇ ਨੂੰ ਉੱਤੇ ਅੰਦਰ ਨਹੀਂ ਜਾਣ ਦੇਵਾਂਗੇ। ਮੈਂ ਅੱਜ ਬਹੁਤ ਜ਼ਰੂਰੀ ਮਸਲੇ 'ਤੇ ਪ੍ਰੈਸ ਦੇ ਨਾਲ ਮੁਖਾਤਬ ਹੋ ਰਿਹਾ। ਮਸਲਾ ਜ਼ਰੂਰੀ ਵੀ ਹੈ, ਮਸਲਾ ਗੰਭੀਰ ਵੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਵਾਲਿਆਂ ਨਾਲ ਆਪਣੀ ਸਿੰਪਥੀ ਜ਼ਾਹਿਰ ਕਰਦਿਆਂ ਹੋਇਆਂ ਅਫਸੋਸ ਵੀ ਪ੍ਰਗਟ ਕਰਦਾ ਵੀ ਕੱਲ੍ਹ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਗਿਆ ਬਾਦਲ ਦਲ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਦੇ ਵਿੱਚ, ਇੱਕ ਇਨਹਿਊਮਨ ਔਰ ਬਹੁਤ ਗਿਰਿਆ ਹੋਇਆ ਸਲੂਕ ਕੀਤਾ ਸੀ। ਖਾਸ ਤੌਰ 'ਤੇ ਇੱਕ ਲੇਡੀ ਜਿਹੜੀ ਸੀ, ਜਿਹੜੀ ਉੱਥੇ ਪੱਤਰਕਾਰ ਦੇ ਤੌਰ 'ਤੇ ਗਈ ਸੀ, ਉੱਥੇ ਉਸ ਦੇ ਨਾਲ ਧੱਕਾ ਮੁੱਕੀ ਕੀਤੀ ਗਈ। ਔਰ ਇੱਕ ਚੈਨਲ ਵਾਲਾ ਜਿਹੜੇ ਸਰਦਾਰ ਸਾਹਿਬ ਹਨ, ਉਹਨਾਂ ਦੇ ਨਾਲ ਵੀ ਜ਼ਬਰਦਸਤੀ ਗੁੰਡਾਗਰਦੀ ਕਰਕੇ ਉਹਦੇ ਕੋਲੋਂ ਉਹਦੇ ਟੈਲੀਫੋਨ ਦੇ ਉੱਪਰ ਜੋ ਘਟਨਾ ਉਹਨਾਂ ਨੇ ਰਿਕਾਰਡ ਕੀਤੀ ਸੀ ਉਹ ਇਹਨਾਂ ਨੇ ਡਿਲੀਟ ਕਰਵਾਈ। ਔਰ ਮੈਂ ਇਸ ਘਟਨਾ ਦੀ ਸਖਤ ਨਿਖੇਧੀ ਕਰਦਾ। ਔਰ ਮੈਂ ਸਮਝਦਾ ਬਈ ਜਿਹੜੇ ਇਹ ਗੁੰਡਾਗਰਦੀ ਹੈਗੀ ਇਸ ਵਕਤ ਬਾਦਲ ਦਲ ਦੀ, ਇਹ ਚਰਮ ਸੀਮਾ ਦੇ ਉੱਪਰ ਪਹੁੰਚ ਚੁੱਕੀ ਹੈਗੀ। ਔਰ ਜਾਂ ਤਾਂ ਫਰਸਟ੍ਰੇਸ਼ਨ ਹੈਗੀ, ਫਰਸਟ੍ਰੇਸ਼ਨ ਵੀ ਬਹੁਤ ਹੋਣ ਕਰਕੇ ਬੰਦੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਕਿਉਂਕਿ ਜੋ ਕੁਛ ਬਾਦਲ ਦਲ ਨੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈ ਇਹ ਇੱਕ ਅਤੀ ਨਿੰਦਣਯੋਗ ਘਟਨਾ ਹੈਗੀ। ਇਹਨਾਂ ਨੇ ਇਕੁਏਟ ਕੀਤਾ ਆਪਣੇ ਆਪ ਨੂੰ ਮੱਸੇ ਰੰਗੜ ਦੇ ਨਾਲ। ਜੋ ਕੁਝ ਮੱਸੇ ਰੰਗੜ ਨੇ ਦਰਬਾਰ ਸਾਹਿਬ ਕੀਤਾ, ਉਹੀ ਕੁਝ ਬਾਦਲਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਸ੍ਰੀ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਕੀਤਾ ਹੈਗਾ। ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਦੇ ਵਿੱਚ ਬਣੇ ਹਾਲ ਦੇ ਵਿੱਚ ਗੰਦੇ ਫਾਸ਼ਾ ਗਾਣੇ ਔਰ ਨੱਚਣਾ ਟੱਪਣਾ, ਗੰਦੇ ਡਾਂਸ ਕਰਨੇ, ਇਹ ਇੱਕ ਸਿੱਖ ਮਰਿਆਦਾ ਤੋਂ ਕੋਸੋਂ ਦੂਰ ਚੀਜ਼ ਹੈ। ਕਿ ਇਹ ਨੱਚਣਾ ਟੱਪਣਾ ਜਿਹੜਾ ਹੈਗਾ ਤੁਸੀਂ ਕਰੋ, ਆਪਣੇ ਘਰਾਂ ਦੇ ਵਿੱਚ ਕਰੋ, ਪਰ ਗੁਰਦੁਆਰਿਆਂ ਦੇ ਵਿੱਚ ਇਹ ਜੀ ਚੀਜ਼ ਜਿਹੜੀ ਅਸੀਂ ਪਹਿਲੀ ਵਾਰ ਦੇਖੀ ਹੈ। ਕਿ ਅਫਸੋਸ ਦੀ ਗੱਲ ਹੈ ਕਿ ਇਤਨੀ ਭੈੜੀ ਔਰ ਇਤਨੀ ਵੱਡੀ ਘਟਨਾ ਹੋ ਜਾਏ, ਨਾ ਤਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ, ਆਪਣੇ ਆਪ ਨੂੰ ਰਹਿਬਰ ਮੰਨਣ ਵਾਲੀ, ਨਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੁਝ ਕਿਹਾ, ਨਾ ਅਕਾਲ ਤਖ਼ਤ ਦੇ ਜਥੇਦਾਰ ਨੇ ਕੁਝ ਕਿਹਾ, ਨਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਚਲੋ ਭਲੇ ਮਾਨ ਸਲੋਕ ਆਦਮੀ ਨੂੰ ਉਹ ਤਾਂ ਕਦੀ ਬੋਲੇ ਕੋਈ ਨਹੀਂ, ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੁਝ ਕਿਹਾ, ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੁਝ ਕਿਹਾ। ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਤੇ ਇਸ ਕਰਕੇ ਨਹੀਂ ਕਿਹਾ ਵੀ ਕਰਵਾਉਣ ਵਾਲਾ ਵੀ ਇਹੀ ਦੋਸ਼ੀ ਹੈਗਾ। ਜਿਹੜਾ ਆਪ ਕਰਵਾਉਣ ਵਾਲਾ ਹੋਵੇ ਉਹ ਕੀ ਬੋਲੇਗਾ? ਜਿਸ ਜਗ੍ਹਾ ਵੀ ਕੋਈ ਗੱਲ ਹੋ ਜਾਏ
तो सब तो पहले ये आएगा उत्थे अपने मीडिया के उपर जी मैं पहुँच रहा जी, मैं हुणी सार लै रहा जी, मैं हुणी खबर कर रहा जी, और कल मीडिया के नाल इतनी मार कुटाई हो जाए और इहो जे हालातां दे विच उहदा ना मूँह खोलना, हाले तक माफ़ी ना मंगना, एक बहुत वड्डी घटना हैगी। और ये स्पष्ट साबित करती है दे आर हैंड इन ग्लव। ये इस घटना दे विच ये पूरी तरह शामिल है कि सारे सिख जगत दे विच बड़ा भारी रोस हैगा, बड़ा गुस्सा हैगा, और इस गुस्से दे विच आदमी जिहड़ा हैगा कुछ भी कोई चीज़ हो सकती है। मत्से रंगड़ की भी घटना नूं सिखां ने ठीक तरीके नाल नहीं सी लिया। ये इतिहास याद कर लवे। मैं आगाह करदा भी ये जिहियां घटनावां जिहड़ियां हैगियां ये इनवाइट करदियां न ये सिखां दा रैथ जिहड़ा हैगा, गुस्सा जिहड़ा है, किसी वक्त भी कौम का गुस्सा किसी वक्त किसी उपर भी भड़क सकता है। और एडमिनिस्ट्रेशन नूं भी चाहिए इमीडिएटली साडी मंग है कि असी शुरू तो ही कह रहे थे बई कोविड की सेवा करनी एक अच्छी गल हैगी, बट गुरुद्वारा रकाबगंज जिहड़ी हैगी ये कोई कोविड सेंटर बनाने की जगह नहीं हैगी। ये एक भगती का सोभा हैगा, सिखां दे पाठ करन दी जगह है, सिखां दे अरदास करन दी जगह है। दुनिया भर तो सिख आके अपनी अरदासां करदा है, अपनियां मंगां मंगदा है। जे अगे ही भरमार उत्थे कोविडां दी कर दित्ती जाए तो किहड़ा सिख जाएगा मंगण? जिथों मंगना है उत्थे ही बीमारां दी भर्ती इन्हां ने जरूरी भर्ती करनी है। कई स्कूलों के मैदान खाली न, कई हाल खाली न। मैं जिसने भी ये सलाह दी हैगी मैं उसकी सख्त निंदा करदा। जिसने भी इन्हों इस गल के उपर सहयोग दिता बड़ा माड़ा काम किया है। और अकली साहिब सेवीए अकली कीचे दान, ए दान देने वाले हो अकल सिखो। कित्थे मंजे दे रहे हो, कित्थे कंसनट्रेटर दे रहे हो, कित्थे की चीज़ां दे रहे हो कि सिख कौम का नुकसान तो नहीं कर रहे? तुसीं ते दानी सज्जण बन गए पर सिख कौम का नुकसान तो नहीं कर रहे। अज हो गया ना नुकसान, अंदर नचन लग पे ना। हाले खाली नचना नहीं हैगा, साढ़े कोल रिपोर्टां हैगियां जिहड़े गैर सिख उत्थे बैठे हुए न अपना मरीज़, उन्हां दियां शेविंग होंदियां न, उस्तरे वरते जांदे न कि साढ़े विच ये चीज़ अलाउड हैगी? ये बिल्कुल चीज़ नहीं अलाउ की जा सकती। असीं ये मंग करते हैं 2 दिनों के विच, क्योंकि देखो इसकी जरूरत भी कोई नहीं सी। हुण तां कोविड ही खत्म हो गया, किस करके तुसीं उत्थे मंजे डाए होए न? कित्थे उन्हां दा हिसाब किताब हैगा? ये फौरी तौर पर ये जगह वेली की जाए, इनू सैनिटाइज किया जाए, संगत खुले तरीके दे नाल। देखो गजब खुदा दा, सवेर तो शाम तक उत्ते कथा कीर्तन ही बंद करती इन्होंने कोविड करके। तुसीं ये खट्टी खट्टी हैगी सिख धर्म दी नू खत्म करन दी आड़ दे विच एक बड़ी वड्डी साजिश जिहड़ी है सरसे वालों रची गई है। और इहदे विच जिहड़े साजिश करता है बहुत छेती वो जनता के सामने वो पछाणे जाण गए भी कौन कौन इस साजिश काम कर रहे हैं। क्योंकि इसका मुतवातर सिख धर्म के उपर सरसे का हमला करना, पैसे लुटने, स्कूल तबाह करने, एडमिनिस्ट्रेशन नू खत्म करना, फाइनैंसिस नू खत्म करना और शगूफे छड्डने, नवे नवे शगूफे छड्डने। किहड़ा हस्पताल है जिहड़ा बनाएगा 2 मशीनां कित्थों आउणगीਆਂ? ये जे बनाए असीं ते कह रहे हैं चंगी गल हैगी, पर यह जो ना बनाए जो जिहा कोविड सेंटर बनाता है। ये ऐसे सेंटर जिहड़े हैगे न इन्होंने सिक्खी का बड़ा नुकसान किया है। जे इन्होंने अगले 48 घंटे दे विच एक कोविड सेंटर ना समेटिया तो असी कोई भी डेट जिहड़ी है भावें ऐतवार दी है तो भावें सोमवार दी है, असी दिल्ली गुरुद्वारा कमेटी के दफ्तर सामने एक विशाल जिहड़ा श्रोमणी अकाली दल दिल्ली वालों, दिल्ली के सिखां वालों एक मुजाहरा किया जाएगा। उस तो बाद ये मुजाहरे देखांगे असीं कित्थे कित्थे करने हैं, किन्हां दे घर अगे करने हैं। वी विल नॉट लैट दैम गो स्कॉट फ्री, ये साडा वायदा हैगा। सानू नहीं पता जी, एक मिनट, इहदा दिल्ली सरकार नाल चलाया जा रहा। दिल्ली सरकार जाने नहीं दिल्ली इन्हां ने ही सारा एग्रीमेंट किया। एक देखो
ਦਿੱਲੀ ਸਰਕਾਰ ਨਾਲ ਐਗਰੀਮੈਂਟ ਦਿੱਲੀ ਗੁਰਦੁਆਰਾ ਕਮੇਟੀ ਨਾਲ ਕੀਤਾ ਹੈ। ਦਿੱਲੀ ਗੁਰਦੁਆਰਾ ਕਮੇਟੀ ਨੇ ਲੱਖੀ ਸ਼ਾਹ ਵਣਜਾਰਾ ਹਾਲ ਕੋਈ ਲੀਜ਼ ਤੇ ਨਹੀਂ ਦਿੱਤਾ। ਲੱਖੀ ਸ਼ਾਹ ਵਣਜਾਰਾ ਹਾਲ ਦੀ ਕੋਈ ਸੇਲ ਨਹੀਂ ਕੀਤੀ। ਇਹ ਸਿੱਖਾਂ ਦੀ ਪ੍ਰਾਪਰਟੀ ਹੈ। ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਪ੍ਰਾਪਰਟੀ ਨਹੀਂ ਹੈ। ਇਹਦੇ ਮਾਲਕ ਦਿੱਲੀ ਦੇ ਸਿੱਖ ਹੈਗੇ, ਉਹਨਾਂ ਨੇ ਡਿਸਾਈਡ ਕਰਨਾ ਹੈ। ਜੇ ਕੋਈ ਇਹਨਾਂ ਨੇ ਗਲਤ ਐਗਰੀਮੈਂਟ ਕੀਤਾ ਹੈ ਤਾਂ ਉਹ ਐਗਰੀਮੈਂਟ ਲਾਗੂ ਨਹੀਂ ਹੋ ਸਕਦਾ। ਤੇ ਤੁਸੀਂ ਇਸ ਤਰ੍ਹਾਂ ਕਰੋਗੇ ਇਦਾਂ ਕਿ ਉਹ ਇਹਨੂੰ ਉਠਾਣਗੇ ਦੂਜੇ ਤਰੀਕੇ ਨਾਲ ਗਲਤ ਮੈਸੇਜ ਕਿ ਦੇਖੋ ਜੀ ਕੋਵਿਡ ਸੈਂਟਰ ਅਸੀਂ ਕੋਈ ਕੋਵਿਡ ਹੈ ਹੀ ਨਹੀਂ ਇਸ ਵਕਤ। ਨਹੀਂ ਜਿਸ ਕੋਵਿਡ ਸੈਂਟਰ ਨੇ ਸਿੱਖੀ ਦਾ ਨੁਕਸਾਨ ਕੀਤਾ ਹੈ ਉਹ ਸਾਨੂੰ ਨਹੀਂ ਚਾਹੀਦਾ। ਉਹ ਸਾਨੂੰ ਨਹੀਂ ਚਾਹੀਦਾ। ਦੇਖੋ ਸਪਸ਼ਟ ਗੱਲ ਹੈਗੀ ਜੀ, ਕਾਵੜ ਸੈਂਟਰ ਦੇ ਵਿੱਚ ਕੋਈ ਵੀ ਅਗਰ ਕੋਈ ਅਸੀਂ ਕੰਮ ਕਰਨਾ ਹੈ, ਸਿੱਖੀ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਕਿਸੇ ਕਾਸਟ ਤੇ ਨਹੀਂ ਹੋਣ ਦਿਆਂਗੇ। ਪਹਿਲੀ ਗੱਲ ਹੈ, ਜੇ ਇਹਨਾਂ ਨੇ ਜਿਵੇਂ ਹਰਵਿੰਦਰ ਸਿੰਘ ਨੇ ਕਿਹਾ ਕਿ ਅਗਲੇ 72 ਘੰਟੇ 48 ਘੰਟਿਆਂ ਦੇ ਵਿੱਚ ਇਹ ਕਾਵੜ ਸੈਂਟਰ ਬੰਦ ਨਹੀਂ ਕੀਤਾ, ਮੁਜ਼ਾਹਰਾ ਤੇ ਕਰਾਂਗੇ ਹੀ ਕਰਾਂਗੇ, ਪਰ ਉਸ ਮੁਜ਼ਾਹਰੇ ਤੋਂ ਬਾਅਦ ਅਸੀਂ ਇਹ ਕਾਵੜ ਸੈਂਟਰ ਚੱਲਣ ਨਹੀਂ ਦਿਆਂਗੇ। ਸਾਡਾ ਫਿਰ ਮੁਜ਼ਾਹਰਾ ਹੋਏਗਾ, ਅਸੀਂ ਕਿਸੇ ਨੂੰ ਉੱਥੇ ਅੰਦਰ ਨਹੀਂ ਜਾਣ ਦਿਆਂਗੇ। ਉਸ ਨੂੰ ਇਹ ਬੰਦ ਕਰ ਦੇਣ ਤੇ ਠੀਕ ਹੈ, ਨਹੀਂ ਤੇ ਬੰਦ ਦਿੱਲੀ ਦੀ ਸੰਗਤ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਰਕਰ ਇਸ ਨੂੰ ਬੰਦ ਕਰਨਗੇ। ਇਹ ਇਸ ਤੋਂ ਬਾਅਦ ਅਸੀਂ ਨਹੀਂ ਚੱਲਣ ਦੇਣਾ। ਸਰ ਮੇਰਾ ਇੱਕ ਸਵਾਲ ਹੈਗਾ, ਮਨਜਿੰਦਰ ਸਿੰਘ ਸਿਰਸਾ ਪੂਰੇ ਦੇਸ਼ ਦੇ ਅੰਦਰ ਜਿੱਧਰ ਵੀ ਸਿੱਖਾਂ ਦੇ ਕੋਈ ਕਹਿਰ ਆਉਂਦਾ ਹੈ, ਕੋਈ ਗੱਲ ਹੁੰਦੀ ਹੈ, ਕੋਈ ਬੇਦਬੀ ਹੁੰਦੀ ਹੈ, ਫਟਾਫਟ ਪਹੁੰਚ ਜਾਂਦੇ ਨੇ। ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਅੰਦਰ ਬੇਦਬੀ ਹੋਈ, ਉਹਨਾਂ ਨੇ ਹੱਥ ਨਾਰਾ ਵੀ ਨਹੀਂ ਮਾਰਿਆ। ਉਹ ਇਸ ਕਰਕੇ ਨਹੀਂ ਮਾਰਿਆ ਕਿਉਂਕਿ ਉਹ ਖੁਦ ਇਨਵੋਲਵ ਸੀ ਸਾਰੇ। ਉਹ ਕਲਪਰੇਟ ਹੈ। ਉਹ ਕਲਪਰੇਟ ਹੈਗਾ। ਉਹ ਮਰਿਆਦਾਵਾਂ ਦਾ ਕਾਤਲ ਹੈਗਾ। ਸਰਨਾ ਸਾਹਿਬ ਦੀ ਬੰਦ ਹੋਣ ਪਿੱਛੇ ਦਲੀਲ ਹੈ ਕਿ ਕੋਵਿਡ ਖਤਮ ਹੋ ਗਿਆ ਜਾਂ ਸਿੱਖੀ ਦਾ ਕਾਣ ਹੋ ਗਿਆ। ਅਸੀਂ ਸਾਡਾ ਹੈਗਾ ਜੀ ਸਿੱਖੀ ਦਾ ਘਾਣ ਕੀਤਾ ਇਹਨਾਂ ਨੇ। ਇਹ ਕਾਵੜ ਹੈਗਾ, ਇਹ ਜਿਸ ਮਰਜ਼ੀ ਅਸੀਂ ਪਹਿਲੇ ਵੀ ਕਿਹਾ ਸੀ, ਕਿਸੇ ਸਕੂਲ, ਕਿਸੇ ਕਾਲਜ, ਕਿਸੇ ਖੁੱਲੀ ਗਰਾਊਂਡ 'ਚ ਕਰ ਲੈਣ, ਹੁਣ ਵੀ ਇਹਨੂੰ ਸਕੂਲ 'ਚ ਲੈ ਜਾਣ, ਜਿੱਥੇ ਮਰਜ਼ੀ ਲੈ ਜਾਣ। ਰਕਾਬਗੰਜ ਨਹੀਂ ਅਸੀਂ ਛੱਡਣ ਦੇਣਾ। ਸਰ ਦਿੱਲੀ ਦੇ ਅੰਦਰ ਇੱਕ ਸਿੱਖ ਨੂੰ ਮਾਰਿਆ ਗਿਆ ਸੀ ਤੇ ਸਿਰਸਾ ਜੀ ਨੇ ਬੜਾ ਕਹਿਰ ਮਚਾਤਾ ਸੀ। ਤੇ ਕੱਲ ਰਕਾਬਗੰਜ ਸਾਹਿਬ ਦੇ ਸਿੱਖ ਨੂੰ ਵੀ ਮਾਰਿਆ ਗਿਆ, ਸਿੱਖ ਨੂੰ ਸਰਦਾਰਨੀ ਕੁੜੀ ਨੂੰ ਵੀ ਮਾਰਿਆ ਗਿਆ, ਤੇ ਸਿਰਸਾ ਦਾ ਕੋਈ ਬਿਆਨ ਹੀ ਨਹੀਂ ਆ ਰਿਹਾ ਉਹਦੇ ਉੱਤੇ। ਉਹਦੀਆਂ ਵੋਟਾਂ ਨਹੀਂ ਨਾ ਹੋਣੀਆਂ ਇਲਾਕੇ 'ਚ। ਦੇਖੋ ਸਿਰਸਾ ਜਿਹੜਾ ਹੈ, ਤੁਹਾਨੂੰ ਅੱਜ ਦੱਸ ਰਿਹਾ, ਇਹ ਸਿੱਖਾਂ ਨੂੰ ਵੀ ਮਾਰਨ ਵਾਲਾ ਹੈ ਔਰ ਸਿੱਖੀ ਨੂੰ ਵੀ ਮਾਰਨ ਵਾਲਾ ਹੈ ਔਰ ਸਿੱਖਾਂ ਦੀਆਂ ਰਹਿਤ ਮਰਿਆਦਾਵਾਂ ਦਾ ਵੀ ਕਾਤਲ ਹੈਗਾ ਹੈ। ਇਸ ਕਰਕੇ ਤੁਸੀਂ ਕੋਈ ਉਸ ਕੋਲ ਚੰਗੀ ਗੱਲ ਦੀ ਤੋਕੋ ਨਾ ਰੱਖੋ। ਇੱਕ ਗੁੰਡਾ ਅਨਸਰ ਜਿਹੜਾ ਹੈ, ਉਹ ਬਾਦਲਾਂ ਨੇ ਦਿੱਲੀ ਦੇ ਗੁਰਦੁਆਰਿਆਂ ਦੇ ਉੱਪਰ ਬਿਠਾ ਦਿੱਤਾ। ਗੁੰਡਾ ਅਨਸਰ ਲਾਠ ਸਾਡੇ ਕੋਲ ਖਬਰ ਆਈ ਹੈ ਵੀ ਕੱਲ ਪ੍ਰੈਸ ਵਾਸਤੇ ਉਹਨਾਂ ਨੇ ਲੱਠਬਾਜ਼ ਲਠੈਤ ਔਰ ਜਿਹੜੇ ਹੈਗੇ ਉਹ ਇਕੱਠੇ ਕੀਤੇ ਹੋਏ ਸਨ ਬਈ ਜਿਹੜਾ ਵੀ ਬੋਲੇ ਉਸ ਨੂੰ ਮਾਰ ਦਿਓ। ਇੱਕ ਬੱਚੀ ਦਾ ਹੱਥ ਦਰਵਾਜ਼ੇ ਦੇ ਵਿੱਚ ਦੇ ਕੇ ਉਹਦੇ ਉਂਗਲੀਆਂ ਤੋੜ ਦੇਣਾ। ਤੁਹਾਡੇ ਘਰ ਬੱਚੀਆਂ ਨਹੀਂ ਹੈਗੀਆਂ, ਤੁਹਾਡੇ ਘਰ ਕੁੜੀਆਂ ਨਹੀਂ ਹੈਗੀਆਂ, ਤੁਸੀਂ ਬੱਚੀਆਂ ਨੂੰ ਇੱਜ਼ਤ ਨਹੀਂ ਦੇ ਸਕਦੇ? ਤੁਸੀਂ ਸਿੱਖਿਆ ਨਹੀਂ ਹੈ ਹਾਊ ਟੂ ਬਿਹੇਵ ਵਿਦ ਦ ਗਰਲਸ, ਵਿਦ ਦ ਲੇਡੀਜ਼? ਤੁਸੀਂ ਨਹੀਂ ਸੁਣੀ ਤਮੀਜ਼ ਸਿੱਖੀ? ਕੋਈ ਵੀ ਹੋਵੇ, ਅਸੀਂ ਕਿਸੇ ਲੇਡੀ ਦੇ ਨਾਲ ਬਦਤਮੀਜ਼ੀ ਕਿਉਂ ਕਰੇ? ਉਹ ਵੀ ਲੇਡੀ ਜਿਹੜੀ ਪ੍ਰੈਸ ਤੋਂ ਆਈ ਹੋਵੇ, ਇਹ ਤੇ ਇੱਕ ਨਾਮ ਹੀ ਆਈ ਹੋਵੇ। ਸਾਨੂੰ ਕਿਸੇ ਵੀ ਔਰਤ ਦੇ ਨਾਲ ਜ਼ਾਸਤੀ ਕਰਨ ਦਾ ਕੋਈ ਅਧਿਕਾਰ ਨਹੀਂ। ਨਾ ਸਾਨੂੰ ਗੁਰੂ ਨੇ ਸਿਖਾਇਆ, ਨਾ ਸਾਨੂੰ ਧਰਮ ਨੇ ਸਿਖਾਇਆ। ਪਰ ਇਹ ਧਰਮ ਦੇ ਵਿਹੂਣੇ ਲੋਕ ਹਨ ਜਿਹੜੀਆਂ ਸਾਰੀਆਂ ਇਹ ਖੇਡਾਂ ਖੇਡਦੇ ਗਏ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਵੀ ਅਸੀਂ ਡਾਕਟਰਾਂ ਨੂੰ ਬੁਲਾ ਕੇ ਝਾੜਤਾ ਸੀ ਤੇ ਉਹਨਾਂ ਨੇ ਡਾਕਟਰਾਂ ਦੀ ਉਹਨਾਂ ਨੇ ਵੀਡੀਓ ਜਿਹੜੀ ਇਸ਼ੂ ਹੋਈ ਹੈ ਸਾਹਮਣੇ ਆਈ ਹੈ, ਤੇ ਕਹਿੰਦੇ ਜੇ ਕੁਝ ਹੋਇਆ ਤੇ ਮਾਫੀ ਮੰਗਦੇ ਹਾਂ, ਮਗਰ ਜ਼ਿਆਦਾ ਉਛਾਲ ਰਹੇ ਨੇ ਮੁੱਦੇ ਨੂੰ। ਸਰ ਸਿਰ ਉਛਾਲ ਰਹੇ। ਅੱਛਾ ਕੀ ਉਛਾਲ ਕਿਉਂ ਰਹੇ? ਤੁਸੀਂ ਗੰਦੇ ਗਾਣੇ, ਸ਼ਰਾਬ ਪੀਣ ਦੇ ਗਾਣੇ ਤੁਸੀਂ ਗਾਓਗੇ ਤੇ ਪਾਰਟੀਆਂ ਚੁੱਪ ਕਰਕੇ ਬੈਠੀਆਂ ਰਹਿਣਗੀਆਂ। ਤੁਸੀਂ ਆਪਣਾ ਜ਼ਿੰਮੇਵਾਰੀ ਤੋਂ ਨੱਠ ਗਏ ਹੋ ਤੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਈਏ। ਤੁਹਾਡੀ ਹਰ ਗੱਲ ਦੇ ਵਿੱਚ ਹਾਂ ਦੇ ਨਾਲ ਹਾਂ ਮਿਲਾਈਏ। ਸਾਡੀਆਂ ਆਪਣੀਆਂ ਜ਼ਿੰਮੇਦਾਰੀਆਂ, ਅਸੀਂ ਸੰਗਤ ਨੂੰ ਜਵਾਬਦੇਹ ਹੈਗੇ ਹਾਂ। ਅਸੀਂ ਕੋਈ ਕਰਕੇ ਦੇ ਮਤਹਿਤ ਨਹੀਂ ਲੱਗੇ ਹੋਏ ਜਾਂ ਕਾਲਕੇ ਤੋਂ ਅਸੀਂ ਤਨਖਾਹ ਨਹੀਂ ਲੈਂਦੇ, ਉਹਦੇ ਘਰੋਂ ਰੋਟੀ ਨਹੀਂ ਖਾਂਦੇ। ਬਈ ਜੋ ਕੁਝ ਕਾਲਕਾ ਕਹਿ ਰਿਹਾ, ਕਾਲਕਾ ਤੇ ਕੱਲ ਹੋਰ ਵੀ ਕੁਝ ਕਹਿ ਰਿਹਾ। ਨਹੀਂ ਵੀ ਆਰ ਨਾਟ ਬਾਉਂਡ ਬਾਈ ਐਨੀਥਿੰਗ। ਵੀ ਅਸੀਂ ਕਾਲਕੇ ਦੇ ਮਤਹਿਤ ਨਹੀਂ ਹੈਗੇ। ਨਹੀਂ ਨਾ ਕਰ ਦੋ। ਇੱਕ ਮਿੰਟ ਦੇਖੋ, ਗੱਲ ਹੈ ਕਿ ਡਾਕਟਰ ਨੇ ਖੁਦ ਮੰਨਿਆ ਕਿ ਇਹ ਬੜੀ ਵੱਡੀ ਗਲਤੀ ਹੋਈ ਹੈ। ਡਾਕਟਰ ਤੇ ਮੰਨਿਆ, ਇਹ ਕੋਈ ਮੰਨੇ? ਇਹਨਾਂ ਦਾ ਸਰਸੇ ਦਾ ਇਹਦਾ ਕੋਈ ਅਖਬਾਰਾਂ 'ਚ ਬਿਆਨ ਦੇਖਿਆ, ਕੋਈ ਸੋਸ਼ਲ ਮੀਡੀਆ ਤੇ ਆਈ ਹੈ ਗੱਲ?
ਜਦ ਡਾਕਟਰ ਹੀ ਕਹਿਣ ਕਿ ਇਹ ਬੜੀ ਵੱਡੀ ਗਲਤੀ ਹੋਈ ਹੈ, ਇਹ ਅਸਤੀਫਾ ਕਿਉਂ ਨਹੀਂ ਦੇ ਰਹੇ? ਡਾਕਟਰਾਂ ਨੇ ਗਲਤੀ ਮੰਗੀ ਹੈ ਤੇ ਖਤਮ ਕਰੋ ਇਸ ਕਹਾਣੀ ਨੂੰ। ਇਹ ਥੋੜੀ ਜਿਹੀ ਡਾਕਟਰਾਂ ਨੇ ਦਿੱਲੀ ਸਰਕਾਰ ਦੇ ਡਾਕਟਰਾਂ ਨੇ ਗਲਤੀ ਮੰਗ ਲਈ, ਅਸੀਂ ਕਿ ਅੱਛਾ ਜੀ ਕੋਈ ਗੱਲ ਨਹੀਂ, ਇਹਨਾਂ ਨੇ ਗਲਤੀ ਮੰਗ ਲਈ ਹੈ, ਇਹਨਾਂ ਨੂੰ ਰਿਜ਼ਾਈਨ ਕਰਨਾ ਪੈਣਾ ਹੈ। ਔਰ ਮੈਂ ਨਾਲ ਸੈਂਟਰ ਸਰਕਾਰ ਨੂੰ ਬੇਨਤੀ ਕਰਾਂਗਾ, ਪਾਰਲੀਮੈਂਟ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ ਜਿਸ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਤੇ ਵੀ ਦਾਗ ਆਣਾ ਹੈ। ਇਹਨਾਂ ਨੂੰ ਫੌਰਨ ਡਿਸਮਿਸ ਕੀਤਾ ਜਾਵੇ। ਇਹ ਪ੍ਰਬੰਧ ਜਦ ਤੱਕ ਚੋਣਾਂ ਨਹੀਂ ਹੁੰਦੀਆਂ ਇਹਨਾਂ ਨੂੰ ਟੇਕ ਓਵਰ ਕਰਕੇ ਕਿਸੇ ਟਰਸਟ ਨੂੰ, ਕਿਸੇ ਬੋਰਡ ਬਣਾ ਕੇ ਇਹ ਪ੍ਰਬੰਧ ਚਲਾਇਆ ਜਾਵੇ। ਸਰ ਪਿਛਲੇ ਇਸ 8 ਸਾਲ ਦੇਖੋ ਘਟਨਾ ਬੜੀ ਵੱਡੀ ਹੈਗੀ। ਹਰਵਿੰਦਰ ਸਿੰਘ ਨੇ ਜ਼ਿਕਰ ਕੀਤਾ ਮੱਸਾ ਰੰਗਣ ਨਾਲ ਜਿਹੜੀ ਤੁਲਨਾ ਦਿੱਤੀ ਬਿਲਕੁਲ ਠੀਕ ਕੀਤੀ ਹੈ। ਇਸ ਜਗ੍ਹਾ ਤੇ ਅਗਰ ਉਹ ਮੱਸਾ ਰੰਗਣ ਵਾਲੀਆਂ ਘਟਨਾਵਾਂ ਹੋਣਗੀਆਂ ਤੇ ਫਿਰ ਸਰਕਾਰ ਤੇ ਵੀ ਅਸਰ ਪਏਗਾ। ਸਰਕਾਰ ਇਹਨਾਂ ਦੀਆਂ ਬੇਈਮਾਨੀਆਂ ਨੂੰ, ਇਹਨਾਂ ਦੀਆਂ ਭ੍ਰਿਸ਼ਟਵਾਦੀਆਂ ਦੀਆਂ ਗੱਲਾਂ ਨੂੰ ਬਚਣ ਲਈ ਇਹਨਾਂ ਨੂੰ ਡਿਸਮਿਸ ਕਰੇ। ਜਿਵੇਂ ਤੁਸੀਂ ਮਸਾ ਰੰਗਣ ਦਾ ਜੋੜ ਰਹੇ ਹੋ ਕਿ ਮਸਲਾ ਇੰਨਾ ਸੰਜੀਦਾ ਹੈਗਾ ਕਿ ਮਸਾ ਰੰਗਣਾ ਉੱਤੇ ਲੱਗੀ ਸ਼ਾਨ ਜਾ ਰਿਹਾ ਹਾਲ ਤੁਸੀਂ ਜੋੜ ਰਹੇ ਹੋ। ਹੈ ਜੀ, ਹੈ ਤੁਸੀਂ ਹੈ ਜੀ, ਹੈ। ਤੁਸੀਂ ਬਤੌਰ ਸਿੱਖ ਨਹੀਂ, ਮੈਂ ਤੁਹਾਨੂੰ ਗੁਰਸਿੱਖ ਮੰਨਦਾ। ਕੀ ਤੁਸੀਂ ਸਮਝਦੇ ਹੋ ਬਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਪਵਿੱਤਰਤਾ ਘੱਟ ਹੈਗੀ? ਕੀ ਤੁਸੀਂ ਸਮਝਦੇ ਹੋ? ਜਿਵੇਂ ਦਿੱਲੀ ਕਮੇਟੀ ਦਲੀਲ ਲੱਗੀ ਹੈ ਕਿ ਵੀ ਜਿਵੇਂ ਹੀ ਸਾਹਮਣੇ ਆਇਆ 4-5 ਮਿੰਟ ਹੋਈ ਹੈ ਗੱਲ ਤੇ ਅਸੀਂ ਰੁਕਵਾਤਾ ਡਾਕਟਰ ਨੂੰ ਬੁਲਾ ਕੇ। ਇਹ 15 ਮਿੰਟ ਹੋਈ ਹੈ ਵੀ ਜੀ। ਇੰਨਾ ਕਲੈਰੀਫਿਕੇਸ਼ਨ ਕਾਫੀ ਨਹੀਂ ਹੁੰਦਾ? ਨਹੀਂ, 15 ਮਿੰਟ ਹੋਈ ਹੈ। ਇਹ ਤੇ 4 ਸੈਕਿੰਡ ਵੀ ਨਹੀਂ ਹੋ ਸਕਦੇ। ਇਹਦਾ ਮਤਲਬ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਉੱਪਰ ਪਕੜ ਨਹੀਂ ਹੈਗੀ। ਕੱਲ ਨੂੰ ਇੱਥੇ ਕੋਈ ਬੀੜੀ ਸਿਗਰਟ ਪੀ ਜਾਏ, ਕਹਿਣਗੇ ਜੀ ਅਸੀਂ ਬੰਦ ਕਰਾਤਾ, ਤੇ ਫਿਰ ਉਹ ਠੀਕ ਹੋ ਗਿਆ। ਅੰਦਰ ਸ਼ੇਪ ਚੱਲ ਰਹੀ, ਉਹ ਠੀਕ ਹੋ ਗਿਆ। ਜਿਹੜੇ ਕੁਕਰਮ ਕਰਦੇ ਪਿਓ ਤੁਸੀਂ, ਉਹ ਠੀਕ ਹੋ ਗਏ। ਸ਼ੇਵਿੰਗ ਵਗੈਰਾ ਕੋਈ ਵੀਡੀਓ ਅਜੀ ਵੀਡੀਓ ਮੈਂ ਵੀਡੀਓ ਬਣਾ ਸਕਦਾ, ਮੇਰੇ ਕੋਲ ਤੇ ਖਬਰਾਂ ਹੀ ਆਣੀਆਂ ਨਾ ਜੀ। ਔਰ ਮੈਂ ਸੋਚ ਸਕਦਾ ਹਾਂ ਵੀ ਜਿਹੜੇ ਗੈਰ ਸਿੱਖ ਉੱਥੇ ਗਏ ਨੇ ਉਹਨਾਂ ਦੀ ਇਹ ਜ਼ਰੂਰਤ ਹੈਗੀ, ਕੁਝ ਨਾ ਕੁਝ ਤਾਂ ਕਰਦੇ ਹੀ ਨਾ ਉਹ। ਇਹ ਸਾਰੀਆਂ ਚੀਜ਼ਾਂ ਜ਼ਰੂਰਤ ਹੈਗੀਆਂ। ਜਿਹੜਾ ਤੁਸੀਂ ਕਿ ਕਥਾ ਕੀਰਤਨ ਬੰਦ ਕੀਤਾ ਉਹ ਕੀ ਥੋੜਾ ਦੱਸੋ ਖੁੱਲ ਕੇ? ਨਹੀਂ ਹੁੰਦਾ। ਰਕਾਬਗੰਜ ਦੇ ਵਿੱਚ ਕੋਵਿਡ 9 ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕੀਰਤਨ ਹੁੰਦਾ ਸੀ ਰਾਤ ਸਾਹਿਬ ਤੱਕ ਉਹ ਬੰਦ ਹੋ ਗਿਆ। ਉਹ ਬੰਦ ਹੋ ਗਿਆ ਦੀਵਾਨ ਹਾਲ 'ਚ। ਨੁਕਸਾਨ ਕਿਤਨਾ ਹੈ? ਦੇਖੋ ਸਰ ਮਨਜਿੰਦਰ ਸਿੰਘ ਤੁਸੀਂ ਸਿਰਸਾ ਲਗਾਤਾਰ ਲੱਖੀ ਸ਼ਾਹ ਵਣਜਾਰੇ ਦੀ ਪਵਿੱਤਰਤਾ ਦਾ ਇਹ ਦੇਖ ਲਓ ਗੱਲ। ਚਲੋ ਸਮਾਗਮ ਉੱਥੇ ਸਾਰੇ ਹੁੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਥੇ ਬਿਰਾਜਮਾਨ ਕਰਨ ਵਾਸਤੇ ਇੱਕ ਸਪੈਸ਼ਲ ਜਗ੍ਹਾ ਬਣੀ ਹੋਈ ਹੈ, ਪਰਮਾਨੈਂਟ। ਅਸੀਂ 12 ਸਾਲ ਦੀ ਗੱਲ ਹੈ, ਸਵਾਤ ਦੇ ਵਿੱਚ ਹਮਲਾ ਹੋ ਗਿਆ ਸੀ ਹਿੰਦੂਆਂ ਤੇ ਸਿੱਖਾਂ ਤੇ। ਨਹੀਂ ਕੋਈ ਨਹੀਂ, ਅਸੀਂ ਚਲੇ ਗਏ ਪੰਜਾ ਸਾਹਿਬ, ਉੱਥੇ ਰਖਵਾਤਾ ਸੀ ਸਭ ਕੁਝ। ਗੁਰਦੁਆਰਿਆਂ ਵਿੱਚ ਕੋਈ ਨਹੀਂ ਇੱਥੇ ਕਰ ਸਕਦਾ। ਅਸੀਂ ਇਮੀਡੀਏਟਲੀ ਉੱਥੇ ਉਹਨਾਂ ਦੇ ਨਾਲ ਅਪਾਫ ਦੇ ਨਾਲ ਟੇਕ ਅਪ ਕੀਤਾ ਬਈ ਗੁਰਦੁਆਰੇ ਦੇ ਅੰਦਰ ਸ਼ੇਅਰਿੰਗ ਵਗੈਰਾ ਨਹੀਂ ਹੋ ਸਕਦੀ। ਔਰ ਇਹ ਗੁਰਦੁਆਰੇ ਚੋਂ ਚੁੱਕ ਕੇ ਆਪਣੇ ਸਕੂਲਾਂ ਦੇ ਵਿੱਚ ਲੈ ਕੇ ਜਾਓ ਸਾਰੇ ਜਿਹੜੇ ਸ਼ਰਨਾਰਥੀ ਆਏ। ਗੁਰਦੁਆਰਿਆਂ ਦੀ ਜਗ੍ਹਾ ਇਹ ਨਹੀਂ ਹੋ ਸਕਦੀ, ਵਰਤੀ ਨਹੀਂ ਜਾ ਸਕਦੀ। ਸਰ ਪਿਛਲੇ 8 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਨਾਲ ਲੋਹੇ ਦਾ ਲੋਹਾ ਲੈਂਦੇ ਰਹੇ ਨੇ ਮਨਜਿੰਦਰ ਸਿੰਘ ਸਿਰਸਾ, ਜਦੋਂ ਬੀਜੇਪੀ ਦੇ ਅੰਦਰ ਸੀ। ਮਗਰ ਅੱਜ ਆਮ ਆਦਮੀ ਪਾਰਟੀ ਦੀ ਗੱਲ ਬਣ ਰਹੀ ਹੈ, ਕੁਝ ਕੀਤਾ ਹੈ ਤੇ ਇਹਨਾਂ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਟਿਕਟਾਂ ਦਾ ਕੁਝ ਲਾਲਚ ਹੈਗਾ ਨਾ ਆਮ ਆਦਮੀ ਪਾਰਟੀ ਤੋਂ? ਤੁਹਾਨੂੰ ਗਲਤਫਹਿਮੀ ਹੈਗੀ। ਇਹਨਾਂ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਲੋਹਾ ਨਹੀਂ ਲੋਹਾ ਲਿਆ। ਇਹ ਹਮੇਸ਼ਾ ਲੋਹੇ ਦੇ ਵਿੱਚ ਸਮਾ ਗਏ। ਇਹਨੇ ਨਹੀਂ ਲੋਹੇ ਨਾਲ ਲੋਹਾ ਲਿਆ। ਤੁਹਾਨੂੰ ਕਿਸ ਨੇ ਕਹਿਤਾ? ਇਹ ਤੇ ਹਮੇਸ਼ਾ ਲੋਹੇ ਦੇ ਵਿੱਚ ਸਮਾ ਜਾਂਦਾ ਹੈ। ਜਿਹੋ ਜਿਹਾ ਦੇਖਿਆ ਉਹਦੇ ਵਿੱਚ ਸਮਾ ਗਏ। ਭਾਵੇਂ ਬੀਜੇਪੀ ਵਕਤ ਐਂ ਲੱਗਦਾ ਸੀ ਬਈ ਇੱਕ ਹੈਗੇ, ਜਦ ਕਹਾਣੀ ਖਤਮ ਹੋਈ ਤਾਂ ਖਤਮ ਹੋ ਗਈ। ਹੁਣ ਗਾਲਾਂ ਕੱਢਣੀਆਂ ਸ਼ੁਰੂ ਕਰਦੀਆਂ। ਹੁਣ ਆਮ ਆਦਮੀ ਪਾਰਟੀ ਦੇ ਕਰ ਰਹੇ। ਦੇਖੋ ਮੈਂ ਅੱਜ ਆਮ ਆਦਮੀ ਦਾ ਕੋਈ ਜ਼ਿਕਰ ਨਹੀਂ ਕਰਨਾ। ਮੈਂ ਤਾਂ ਅੱਜ ਆਖਾਂ ਵੀ ਸਾਡੇ ਨਾਲ ਬੜਾ ਨੱਥ ਹੋ ਰਿਹਾ ਹੈ। ਸਿੱਖਾਂ ਵਾਸਤੇ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈਗੀ। ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਗਾਣੇ ਵਜਾਣੇ ਹੋਣ, ਮੈਂ ਉਸ ਇਸ਼ੂ ਦੇ ਉਹਦੇ 'ਚ ਆਮ ਆਦਮੀ ਨਾਲ ਉਲਝਣਾ ਨਹੀਂ ਚਾਹੁੰਦਾ। ਅੱਜ ਦੀ ਮੇਰੀ ਪ੍ਰੈਸ ਕਾਨਫਰੰਸ ਇਸ ਦੇ ਨਾਲ ਕੋਈ ਤੁਸੀਂ ਸਵਾਲ ਪੁੱਛਣਾ ਮੇਰੇ ਕੋਲ ਪੁੱਛੋ। ਇਹਨਾਂ ਨੇ ਉਹਨੂੰ ਜਦੋਂ ਇਹ 21 ਜਣੇ ਗਏ ਸੀ WhatsApp ਚਾਰਜ ਲੈਣਗੇ, ਉਦੋਂ ਇਹਨਾਂ ਨੇ ਕਿਹਾ ਸੀ ਕਿ ਬੀਜੇਪੀ ਦੀ ਨੇ ਗੁੰਡੇ ਭੇਜਿਆ, ਲੇਕਿਨ ਬੀਜੇਪੀ ਨੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਦੇਖੋ ਜੀ ਗੱਲ ਇਹ ਹੈਗੀ, ਮੈਂ ਤੁਹਾਨੂੰ ਇੱਕ ਬੜੀ ਪੁਰਾਣੀ ਗੱਲ ਦੱਸਦਾ 1979 ਦੀ। ਜਥੇਦਾਰ ਸੰਤੋਖ ਸਿੰਘ ਨੇ ਜਥੇਦਾਰ ਇੰਦਰਪਾਲ ਸਿੰਘ ਨੂੰ ਕਿਹਾ ਘੜੀਆਂ ਦਾ ਸਮਗਲਰ ਹੈ।
ਜਥੇਦਾਰ ਇੰਦਰਪਾਲ ਸਿੰਘ ਸਾਲ ਪਹਿਲਾਂ ਜਥੇਦਾਰ ਸੰਤੋਖ ਸਿੰਘ ਦਾ ਸਾਥੀ ਹੁੰਦਾ ਸੀ। ਗੁਰਦੁਆਰਾ ਸੀਸਗੰਜ ਸਾਹਮਣੇ ਦੀ ਗੱਲ ਹੈਗੀ, ਚਚੋਂ ਦੀ ਦੀਦੀ ਉਹਨੇ ਕਿਹਾ ਜਥੇਦਾਰ ਸਾਹਿਬ ਕੀ ਮੈਂ ਘੜੀਆਂ ਦਾ ਸਮਗਲਰ ਹੈ? ਕਹਿੰਦਾ ਪਹਿਲੇ ਦੱਸ ਤੂੰ ਹੈ ਕਿਹਦੇ ਨਾਲ ਹੈ? ਕਹਿੰਦਾ ਹੈ ਤੇ ਮੈਂ ਅੰਮ੍ਰਿਤਸਰ ਅਕਾਲੀ ਦਲ ਨਾਲ। ਕਹਿੰਦਾ ਜਾ ਫਿਰ ਸਮਗਲਰ ਹੈ। ਜੇ ਤੇ ਮੇਰੇ ਨਾਲ ਹੈ ਤਾਂ ਤੇ ਪੰਥਕ ਹੈ, ਜੇ ਉਹਨਾਂ ਨਾਲ ਹੈ ਫਿਰ ਤੂੰ ਸਮਗਲਰ ਹੈ। ਜਿਹੜਾ ਤੇ ਸਰਸੇ ਨਾਲ ਹੈ ਉਹ ਠੀਕ ਹੈਗਾ, ਜਿਹੜਾ ਸਰਸੇ ਨਾਲ ਨਹੀਂ ਹੈ ਉਹ ਗੁੰਡੇ ਹੈਗੇ। ਇਹਨਾਂ ਗੁੰਡਿਆਂ ਦੀ ਕਰਕੇ ਸਰਸਿਆ ਤੂੰ ਪਨ ਪਿਆ ਹੈ, ਤੇਰੀ ਤੂੰ ਇਹਨਾਂ ਦੀ ਪਨਾਹ ਦੇ ਵਿੱਚ ਪਨ ਪਿਆ ਹੈ। ਅੱਜ ਭਾਵੇਂ ਸਮਝ ਬੀਜੇਪੀ ਨੂੰ ਅੱਜ ਆਵੇ ਤੇ ਭਾਵੇਂ ਕੱਲ ਆਵੇ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਜੇ ਗੁੰਡੇ ਪਨਾਹਗਿਰੀ ਦੇ ਵਿੱਚ ਨਹੀਂ ਲੈਣੇ ਚਾਹੀਦੇ। ਕੰਮ ਵੱਟ ਮੇ ਬੋਲ